ਟਾਹਲੀ ਵਾਲਾ ਖੇਤ, ਜੋ ਕਿ ਇਹ ਨਾਵਲ ਬੇਅੰਤ ਸਿੰਘ ਬਰੀਵਾਲਾ ਵੀਰ ਵੱਲੋਂ ਲਿਖਿਆ ਗਿਆ ਹੈ। ਬਹੁਤ ਹੀ ਸੋਹਣਾ ਨਾਵਲ ਹੈ। ਆਓ ਇਸ ਨੂੰ ਸ਼ੁਰੂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਲਾਈਕ ਕਰਨਾ ਨਾ ਭੁੱਲਿਓ। ਬਚਨ ਕੌਰ ਅਰਜਨ ਨੂੰ ਖੁੱਲਾ ਦੁੱਧ ਕਿਉਂ ਖਾਣ ਨੂੰ ਦਿੰਦੀ। ਸੁੱਖ ਨਾਲ ਘਰੇ 3 ਲਵੇਰੀਆਂ ਖੜੀਆਂ ਸੀ। ਦਿਨਾਂ ਵਿੱਚ ਹੀ ਅਰਜਨ ਗੱਭਰੂ ਜਵਾਨ ਲੱਗਣ ਲੱਗ ਗਿਆ ਸੀ। ਅਰਜਨ ਜਦੋਂ 10 ਕੁ ਸਾਲ ਦਾ ਹੋਇਆ ਤਾਂ ਸਾਲ 47 ਚੜ ਗਿਆ ਸੀ। ਸਾਡੀ ਪੜ੍ਹੀ ਲਿਖੀ ਭਾਸ਼ਾ ਵਿੱਚ ਆਜ਼ਾਦੀ ਵਾਲਾ ਸਾਲ ਤੇ ਸਾਡੇ ਬਜ਼ੁਰਗਾਂ ਦੀ ਭਾਸ਼ਾ ਵਿੱਚ ਹੱਲਿਆਂ ਵਾਲਾ ਵਰ੍ਹਾ। ਥਾਂ ਥਾਂ ਵੱਟ ਖੋ ਰਹੀ ਸੀ। ਬੰਦੇ ਹੈਵਾਨ ਬਣ ਗਏ ਸਨ। ਆਪਣੀਆਂ ਭੈਣਾਂ ਦੀ ਗੈਰ ਮਜ਼ਹਬੀ ਵੀਰ ਵੀਰ ਕਹਿਣ ਵਾਲੀਆਂ ਸਹੇਲੀਆਂ ਵੀ ਹਫ਼ਜ਼ ਦਾ ਸ਼ਿਕਾਰ ਬਣਾ ਲਈਆਂ ਗਈਆਂ। ਖੇਤਾਂ ਵਿੱਚ ਖਾਲਾਂ ਬੱਟਾਂ ਤੇ ਰੌਲ ਦਿੱਤੀਆਂ ਗਈਆਂ। ਉਹਨਾਂ ਦੀਆਂ ਇੱਜ਼ਤਾਂ ਉਹ ਬਥੇਰੇ ਵਾਸਤੇ ਪਾਉਂਦੀਆਂ ਰਹੀਆਂ ਕਿ ਵੀਰੇ ਤੇਰੀਆਂ ਭੈਣਾਂ ਨਾਲ ਖੇਡ ਕੇ ਜਵਾਨ ਹੋਈਆਂ। ਤੇਰੀਆਂ ਭੈਣਾਂ ਨਾਲ ਬੈਠ ਸ਼ੌਪ ਪਾਉਂਦੀਆਂ ਰਹੀਆਂ। ਤੇਰੀਆਂ ਭੈਣਾਂ ਨਾਲ ਬੈਠ ਦਰੀਆਂ ਬੁਣ ਉਹਨਾਂ ਦਾ ਦਾਜ ਤਿਆਰ ਕਰਦੀਆਂ ਰਹੀਆਂ। ਤੂੰ ਵੀ ਤਾਂ ਵੀਰਾ ਭੈਣ ਹੀ ਬੋਲਦਾ ਰਿਹਾ ਅੱਜ ਤੱਕ ਸਾਨੂੰ। ਬੜੇ ਖੁਦਾ ਦੇ ਵਾਹਿਗੁਰੂ ਦੇ ਵਾਸਤੇ ਦਿੰਦੀਆਂ ਰਹੀਆਂ ਉਹ ਮਾਸੂਮ ਜਿੰਦਾਂ, ਪਰ ਮੂੰਹ ਬੋਲੇ ਭਰਾਵਾਂ ਦੇ ਕੰਨ ਬੋਲੇ ਹੋ ਚੁੱਕੇ ਸਨ। ਨਹੀਂ ਸੁਣੇ ਉਹਨਾਂ ਦੇ ਤਰਲੇ ਤੇ ਹਾੜੇ, ਨਹੀਂ ਸੁਣੀਆਂ ਮਾਸੂਮਾਂ ਦੀਆਂ ਚੀਕਾਂ। ਪਹਿਲਾਂ ਬਲਾਤਕਾਰ ਕੀਤੇ, ਫਿਰ ਛੁਰੇ ਤੇ ਬਰਸ਼ੇ ਮਾਰ ਕੇ ਢਿੱਡ ਪਾੜ ਦਿੱਤੇ ਗਏ। ਕਈਆਂ ਦੀਆਂ ਜਿਉਂਦੇ ਜੀ ਦੁੱਧ ਵਾਲੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ। ਬਲਾਤਕਾਰ ਕਰਨ ਵਾਲੇ ਤਾਂ ਚਲੋ ਮੂੰਹ ਬੋਲੇ ਭਰਾ ਸੀ, ਪਰ ਸਕੇ ਭਰਾਵਾਂ ਨੇ ਵੀ ਆਪਣੇ ਹੱਥੀਂ ਵੱਢ ਕੇ ਆਪਣੀਆਂ ਸਕੀਆਂ ਭੈਣਾਂ ਖੂਹ ਵਿੱਚ ਸੁੱਟ ਦਿੱਤੀਆਂ ਸਨ ਕਿ ਰਾਹ ਜਾਂਦਿਆਂ ਕਾਫਲੇ ਤੇ ਹਮਲਾ ਨਾ ਹੋ ਜਾਵੇ ਤੇ 20 ਲੋਕ ਲੁੱਟ ਨਾ ਲੈਣ ਉਹਨਾਂ ਦੀਆਂ ਭੈਣਾਂ ਦੀ ਪੱਤ। ਇਨਸਾਨੀਅਤ ਦਾ ਘਾਣ ਹੋ ਰਿਹਾ ਸੀ। ਭੁੱਖੇ ਤੇ ਬੇਵੱਸ ਜਾਂਦੇ ਕਾਫਲੇ ਤੇ ਹਮਲਾ ਕਰਕੇ ਲੁੱਟ ਲਿਆ ਜਾਂਦਾ। ਉਹਨਾਂ ਦੇ ਬੇਜਵਾਨ ਭੁੱਖੇ ਪਿਆਸੇ ਬਲਦ ਤੱਕ ਵੀ ਮਾਰ ਦਿੱਤੇ ਜਾਂਦੇ। ਗੱਡਿਆਂ ਤੇ ਬੈਠੀਆਂ ਡਰ ਨਾਲ ਕੰਬਦੀਆਂ ਕੁੜੀਆਂ ਨੂੰ ਧੱਕੇ ਨਾਲ ਚੁੱਕ ਲਿਆ ਜਾਂਦਾ। ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਸਿੱਖਾਂ ਨਾਲ ਵੀ ਇਹੀ ਹੋ ਰਿਹਾ ਸੀ ਤੇ ਇੱਧਰੋਂ ਜਾਣ ਵਾਲੇ ਮੁਸਲਮਾਨਾਂ ਨਾਲ ਵੀ। ਅਚਾਨਕ ਆ ਕੇ ਬੀਬੀ ਫਾਤਮਾ ਉਹਨਾਂ ਦੇ ਲੱਕੜ ਦੇ ਬੂਹੇ ਵਿੱਚ ਵੱਜੀ। ਸਵੇਰ ਦਾ ਮੂੰਹ ਹਨੇਰੇ ਦਾ ਵਕਤ ਸੀ। ਲੱਕੜ ਦੇ ਬੂਹੇ ਵਿੱਚ ਫਸਾਈ ਲੱਕੜ ਜੜਕ ਕਰਦੀ ਟੁੱਟ ਗਈ ਤੇ ਬੂਹਾ ਖੁੱਲਦਿਆਂ ਹੀ ਉਹ ਅਰਜਨ ਸਿਉਂ ਕੇ ਵਿਹੜੇ ਵਿੱਚ ਆਣ ਡਿੱਗੀ। ਸ਼ਾਇਦ ਉਹ ਸਵੇਰੇ ਮੂੰਹ ਹਨੇਰੇ ਖੇਤਾਂ ਵਿੱਚ ਜੰਗਲ ਪਾਣੀ ਗਈ ਹੋਵੇ। ਸਵਾਣੀਆਂ ਉਦੋਂ ਸਵੇਰੇ ਸਵੇਰੇ ਬੰਦਿਆਂ ਦੇ ਖੇਤ ਜਾਣ ਤੋਂ ਪਹਿਲਾਂ ਕਿਰਿਆ ਖੇਤਾਂ ਵਿੱਚ ਸੋਧ ਆਇਆ ਕਰਦੀਆਂ ਸਨ। ਅਚਾਨਕ ਉਹ ਅਰਜਨ ਸਿਉਂ ਕੇ ਵਿਹੜੇ ਵਿੱਚ ਆਣ ਡਿੱਗੀ। ਉਹਦੇ ਢਿੱਡ ਵਿੱਚ ਇੱਕ ਬਰਛੀ ਖੁੱਪੀ ਹੋਈ ਸੀ। ਫਾਤਮਾ ਨੇ ਇੱਕ ਹੱਥ ਨਾਲ ਘੁੱਟ ਕੇ ਢਿੱਡ ਫੜਿਆ ਹੋਇਆ ਸੀ ਤੇ ਕਦੇ ਕਦੇ ਬੁੱਲ ਅੰਦਰ ਨੂੰ ਮੋੜ ਕਦੇ ਖੋਲ ਮੂੰਹ ਰਾਹੀਂ ਸਾਹ ਛੱਡਦੀ, ਅੱਖਾਂ ਖੋਲਦੀ ਤੇ ਬੰਦ ਕਰਦੀ। ਉਹ ਦਰਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਨੇ ਇੱਕ ਹੱਥ ਆਪਣੀ ਸਲਵਾਰ ਨੂੰ ਪਾ ਰੱਖਿਆ ਸੀ। ਸ਼ਾਇਦ ਪਹਿਲਾਂ ਉਹਦੀ ਪੱਤ ਲੁੱਟੀ ਗਈ ਸੀ। ਸਲਵਾਰ ਦਾ ਨਾਲਾ ਤੋੜ ਦਿੱਤਾ ਗਿਆ ਸੀ। ਇੱਕ ਹੱਥ ਨਾਲ ਉਹਨੇ ਨੇਫੇ ਕੋਲੋਂ ਸਲਵਾਰ ਫੜੀ ਹੋਈ ਸੀ। ਉਹਨੇ ਡਿੱਗਦੀ ਨੇ ਅਰਜਨ ਸਿਉਂ ਦੀ ਮਾਂ ਬਚਨ ਕੌਰ ਨੂੰ ਆਵਾਜ਼ ਮਾਰੀ, ਭੈਣੇ, ਇਸ ਤੋਂ ਅੱਗੇ ਜਿਵੇਂ ਆਵਾਜ਼ ਹੀ ਨਾ ਨਿਕਲੀ ਹੋਵੇ। ਉਸ ਵਿਚਾਰੀ ਦੀ ਉਹ ਦਰਦ ਨਾਲ ਕਰਾ ਉੱਠੀ। ਬਚਨ ਕੌਰ ਭੱਜ ਕੇ ਆਈ। ਉਸਨੇ ਫਾਤਮਾ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ। ਫਾਤਮਾ ਦੇ ਵਾਲ ਖਿਲਰੇ ਹੋਏ ਸਨ, ਕੱਪੜੇ ਫਟੇ ਹੋਏ ਸਨ। ਅਰਜਨ ਸਿਉਂ ਉਦੋਂ ਕੋਈ 10 ਕੁ ਸਾਲ ਦਾ ਸੀ, ਪਰ ਪਸ਼ੂ ਡੰਗਰ ਉਹੀ ਸਾਂਭਦਾ ਸੀ। ਉਹ ਬਾਹਰੋਂ ਡੰਗਰਾਂ ਵਾਲੇ ਬਾੜੇ ਵਿੱਚੋਂ ਚੋ ਕੇ ਦੁੱਧ ਦੀ ਬਾਲਟੀ ਕਰ ਲਿਆ ਰਿਹਾ ਸੀ। ਜਦੋਂ ਉਹਨੇ ਵਿਹੜੇ ਵਿੱਚ ਡਿੱਗੀ ਪਈ ਮਾਸੀ ਫਾਤਮਾ ਨੂੰ ਵੇਖਿਆ ਤਾਂ ਉਦੋਂ ਹੱਥੋਂ ਦੁੱਧ ਦੀ ਬਾਲਟੀ ਛੁੱਟ ਗਈ ਤੇ ਵਿਹੜੇ ਵਿੱਚ ਦੁੱਧ ਦਾ ਛੱਪੜ ਲੱਗ ਗਿਆ। ਅਰਜਨ ਸਿਉਂ ਵੀ ਭੱਜ ਕੇ ਫਾਤਮਾ ਕੋਲ ਆ ਗਿਆ। ਕੀ ਹੋਇਆ ਮਾਸੀ ਤੈਨੂੰ? ਕੁਝ ਨਹੀਂ ਪੁੱਤ, ਲੋਕ ਮਜ਼ਹਬ ਦੇ ਨਾਂ ਤੇ ਏਦਾਂ ਦੇ ਧਰਮ ਕਮਾਉਣ ਲੱਗ ਪਏ ਨੇ। ਫਿਰ ਉਹ ਬਚਨ ਕੌਰ ਵੱਲ ਮੂੰਹ ਕਰਦੀ ਬੋਲੀ, ਭੈਣੇ, ਮੇਰੇ ਤੋਂ ਬਾਅਦ ਮੇਰੀ ਧੀ ਨਸੀਰਾ ਦਾ ਖਿਆਲ ਰੱਖੀ, ਕਿਤੇ ਬਿਨਾਂ ਮਾਂ ਤੋਂ ਰੁਲ ਨਾ ਜਾਵੇ। ਉਹ ਮਾਸੂਮ। ਉਹਨੇ ਖੂਨ ਨਾਲ ਲਿਬੜੇ ਹੱਥ ਬਚਨ ਕੌਰ ਅੱਗੇ ਜੋੜ ਦਿੱਤੇ। ਕੁਝ ਨਹੀਂ ਹੁੰਦਾ ਫਾਤਮਾ ਤੈਨੂੰ, ਮੈਂ ਹੁਣੇ ਅਰਜਨ ਨੂੰ ਭੇਜਦੀ ਆਂ, ਵੈਦ ਨੂੰ ਬੁਲਾ ਲਿਆਉਂਦਾ ਭੱਜ ਕੇ। ਨਹੀਂ ਭੈਣੇ, ਇੰਨਾ ਵਕਤ ਨਹੀਂ ਆ। ਹੁਣ ਤਾਂ ਰੱਬ ਨੂੰ ਜਾ ਕੇ ਪੁੱਛਣਾ
ਕੀ ਤੈਨੂੰ ਦਰਦ ਨਹੀਂ ਹੋਇਆ ਇੰਨੀਆਂ ਲਾਸ਼ਾਂ ਵੇਖ ਕੇ? ਘਰ-ਬਾਰ ਸੜਦੇ ਵੇਖ ਤੈਨੂੰ ਸੇਕ ਨਹੀਂ ਲੱਗਾ? ਤੇਰੇ ਕੰਨਾਂ ਨੂੰ ਕਿਉਂ ਨਹੀਂ ਸੁਣਿਆ ਉਹਨਾਂ ਕੁੜੀਆਂ ਦਾ ਚੀਕਾਂ ਜਿਨ੍ਹਾਂ ਦੀਆਂ ਕਿਰਪਾਨਾਂ ਨਾਲ ਦੁੱਧ ਵਾਲੀਆਂ ਛਾਤੀਆਂ ਵੱਢ ਦਿੱਤੀਆਂ ਗਈਆਂ? ਕੀ ਰੱਬਾ ਤੂੰ ਬੋਲਾ ਏ? ਅਰਜਨ, ਮੇਰਾ ਪੁੱਤ ਬਣ ਕੇ ਆਖਰੀ ਵਾਰ ਇੱਕ ਕੰਮ ਕਰ ਦੇ। ਬੋਲ ਮਾਸੀ, ਬੋਲ ਤਾਂ ਸਹੀ। ਅਰਜਨ ਕੰਬਦੀ ਆਵਾਜ਼ ਵਿੱਚ ਬੋਲਿਆ। ਜਾਂ ਨਸੀਰਾਂ ਨੂੰ ਚੱਕ ਲਿਆ ਘਰੋਂ ਜਾ ਕੇ। ਆਖਰੀ ਸ਼ਬਦ ਉਹਦੇ ਮੂੰਹੋਂ ਟੁੱਟ-ਟੁੱਟ ਕੇ ਨਿਕਲ ਰਹੇ ਸਨ। ਵਰਸ਼ੀ ਉਹਦੇ ਪੇਟ ਵਿੱਚ ਪੂਰੀ ਤਰ੍ਹਾਂ ਖੁੱਭੀ ਹੋਈ ਸੀ। ਅਰਜਨ ਉਸੇ ਵੇਲੇ ਭੱਜ ਕੇ ਫਾਤਮਾ ਦੇ ਘਰੋਂ ਉਹਦੀ ਧੀ ਨੂੰ ਚੱਕ ਲਿਆਇਆ। ਫਾਤਮਾ ਦਾ ਘਰ ਅਰਜਨ ਸਿਉਂ ਕੇ ਪਿਛਲੇ ਪਾਸੇ ਸੀ। ਫਾਤਮਾ ਨੇ ਅਰਜਨ ਤੋਂ ਆਪਣੀ ਧੀ ਨੂੰ ਲਹੂ ਲਿਬੜੇ ਹੱਥਾਂ ਨਾਲ ਫੜ ਲਿਆ। ਨਸੀਰਾ ਰੋ ਰਹੀ ਸੀ। ਉਦੋਂ ਕੋਈ ਸਾਲ ਕੁ ਦੀ ਸੀ ਮਸਾਂ ਹੋਣੀ ਹੈ। ਫਾਤਮਾ ਟਿਕ ਟਿਕੀ ਲਾਈ ਉਸ ਵੱਲ ਵੇਖ ਰਹੀ ਸੀ। ਉਹਦੇ ਬੁੱਲ ਕੰਬ ਰਹੇ ਸਨ। ਉਹਦੇ ਅੰਦਰੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ। ਫਿਰ ਉਹ ਨਸੀਰਾ ਨੂੰ ਬਚਨੋਂ ਦੀ ਝੋਲੀ ਪਾਉਂਦੀ ਬੋਲੀ, ਲੈ ਭੈਣੇ, ਅੱਜ ਤੋਂ ਇਹ ਤੇਰੀ ਹੋਈ। ਬਸ ਮੇਰੀ ਧੀ ਨੂੰ ਪਾਲ ਲਵੀਂ। ਅੱਜ ਤੇਰਾ ਮੇਰੇ ਬਿਨਾਂ ਸਿਰਫ ਇੱਕ ਖੁਦਾ ਗਵਾਹ ਹੈ। ਅਰਜਨ, ਆ ਬੋਝ ਕੇ ਬਰਸ਼ੀ ਕੱਢ ਦੇ। ਫਿਰ ਭੱਜ ਕੇ ਵੈਦ ਨੂੰ ਸੱਦ ਲਿਆ। ਬਚਨੋਂ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਬੋਲੀ। ਪਰ ਜਦ ਅਰਜਨ ਨੇ ਵਰਸ਼ੀ ਬਾਹਰ ਖਿੱਚੀ ਤਾਂ ਫਾਤਮਾ ਦੀਆਂ ਨਾੜਾਂ ਦਾ ਗੁੱਛਾ ਬਾਹਰ ਨਿਕਲ ਆਇਆ, ਕਿਉਂਕਿ ਵਰਸ਼ੀ ਦੰਦਿਆਂ ਵਾਲੀ ਸੀ ਤੇ ਜ਼ਾਲਮਾਂ ਢਿੱਡ ਵਿੱਚ ਮਾਰ ਕੇ ਉਸਨੂੰ ਵਟੇ ਦੇ ਦਿੱਤੇ ਸਨ, ਜਿਸ ਨਾਲ ਨਾੜਾਂ ਵਰਸ਼ੀ ਨਾਲ ਲਿਪਟੀਆਂ ਗਈਆਂ ਸਨ। ਫਾਤਮਾ ਦੇ ਫੱਟ ਚੋਂ ਇੱਕ ਲਹੂ ਦਾ ਪਰਨਾਲਾ ਵਹਿ ਤੁਰਿਆ ਤੇ ਉਹ ਦਰਦ ਨਾਲ ਬੁਰੀ ਤਰ੍ਹਾਂ ਤੜਫਣ ਲੱਗੀ, ਹੱਥ ਪੈਰ ਮਾਰਨ ਲੱਗੀ। ਇਦੋਂ ਪਹਿਲਾਂ ਕਿ ਅਰਜਨ ਵੈਦ ਨੂੰ ਬੁਲਾਉਣ ਲਈ ਜਾਂਦਾ, ਫਾਤਮਾ ਨੇ ਆਖਰੀ ਸਾਹ ਲਿਆ। ਉਹਦੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਕੰਨਾਂ ਕੋਲ ਆ ਕੇ ਰੁਕ ਗਏ। ਬਚਨ ਕੌਰ ਦੀ ਝੋਲੀ ਵਿੱਚ ਪਈ ਨਸੀਰਾ ਵਾਰ-ਵਾਰ ਮਰੀ ਪਈ ਆਪਣੀ ਮਾਂ ਵੱਲ ਬਾਹਾਂ ਉਲਾ ਰਹੀ ਸੀ। ਉਸਨੂੰ ਭੁੱਖ ਲੱਗੀ ਸੀ ਤੇ ਮਾਂ ਕੋਲੋਂ ਦੁੱਧ ਚੁੰਘਣਾ ਚਾਹੁੰਦੀ ਸੀ। ਪਰ ਉਸ ਮਾਸੂਮ ਨੂੰ ਕੀ ਖਬਰ ਸੀ ਕਿ ਉਸਨੂੰ ਦੁੱਧ ਚੁੰਘਾਉਣ ਵਾਲੀ ਤਾਂ ਚੰਦਰੀ ਆਜ਼ਾਦੀ ਦੀ ਹਨੇਰੀ ਨੇ ਖਾ ਲਈ। ਹੁਣ ਕਦੇ ਤੈਨੂੰ ਉਹਨੇ ਦੁੱਧ ਨਹੀਂ ਚੁੰਘਾਉਣਾ। ਉਹਨੇ ਤਾਂ ਹੁਣ ਕਦੇ ਗੱਲ ਵੀ ਨਹੀਂ ਲਾਉਣਾ ਤੈਨੂੰ। ਵੱਡੇ ਦਿਨ ਚੜੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰੇ ਇਹੀ ਕਹਿ ਰਹੇ ਸੀ, ਕੱਖ ਨਾ ਰਵੇ ਐਸੇ ਪਾਪੀਆਂ ਦਾ ਜਿਨ੍ਹਾਂ ਇੱਕ ਮਾਸੂਮ ਕੋਲੋਂ ਉਹਦੀ ਮਾਂ ਖੋਹ ਲਈ। ਕਿਸੇ ਬਾਹਰਲੇ ਪਿੰਡ ਆਲਿਆਂ ਦਾ ਕੰਮ ਲੱਗਦਾ, ਆਪਣੇ ਪਿੰਡ ਦਾ ਤਾਂ ਨਹੀਂ ਕੋਈ ਏਦਾਂ ਕਰ ਸਕਦਾ। ਨਾਲੇ ਪਿੰਡ ਦੇ ਸਾਰੇ ਘਰਾਂ 'ਚ ਕੰਮ ਕਰਨਾ ਫਾਤਮਾ ਹੀ ਤਾਂ ਜਾਂਦੀ ਸੀ। ਸਾਰਾ ਪਿੰਡ ਤਾਂ ਜਾਣਦਾ ਸੀ ਇਹਨੂੰ। ਸ਼ਾਮ ਤੱਕ ਫਾਤਮਾ ਦੀ ਮਿੱਟੀ ਨੂੰ ਮਿੱਟੀ ਵਿੱਚ ਦਬਾ ਦਿੱਤਾ ਗਿਆ। ਫਾਤਮਾ 5 ਕੁ ਸਾਲ ਪਹਿਲਾਂ ਇਸ ਪਿੰਡ ਵਿੱਚ ਆਈ ਸੀ, ਕਰੀਮੂ ਨਾਲ ਨਿਕਾਹ ਕਰਕੇ। ਕਰੀਮੂ ਜਾਣੀ ਕਰਾਮੂਦੀਨ ਇਸ ਪਿੰਡ ਦਾ ਜੱਦੀ ਪੁਸ਼ਤੀ ਵਸਨੀਕ ਸੀ। ਉਹ ਦਾਦੇ ਪੜਦਾਦਿਆਂ ਤੋਂ ਇਸੇ ਪਿੰਡ ਹੀ ਰਹਿੰਦੇ ਸਨ। ਸਾਰੇ ਪਿੰਡ ਦਾ ਮਾਲ ਡੰਗਰ ਕਰੀਮੂ ਹੀ ਚਾਰਿਆ ਕਰਦਾ ਸੀ। ਪਿੰਡ ਵਾਲੇ ਬਦਲੇ ਵਿੱਚ ਉਹਨੂੰ ਕਣਕ, ਗੁੜ, ਬਾਜਰਾ, ਮੱਕੀ ਦੇ ਦਿੰਦੇ ਸਨ। ਵਿਆਹ ਸ਼ਾਦੀ ਤੇ ਕੋਈ ਘਰ 2 ਜੋੜੀ ਕੱਪੜੇ ਵੀ ਦੇ ਦਿਆ ਕਰਦਾ ਸੀ। ਜਦੋਂ ਫਾਤਮਾ ਪਿੰਡ ਵਿੱਚ ਆਈ ਸੀ ਤਾਂ ਸਾਰੇ ਪਿੰਡ ਦੇ ਕੋਠਿਆਂ ਤੇ ਖੜਖੜ ਉਸਨੂੰ ਵੇਖਿਆ ਸੀ। ਪਰੀਆਂ ਵਰਗੀ ਸੋਹਣੀ ਸੁਨੱਖੀ। ਆਂਢ ਗੁਆਂਢ ਅਗਰ ਉਸਨੇ ਕਿਸੇ ਘਰ ਪਹਿਲੀ ਵਾਰ ਪੈਰ ਪਾਇਆ ਸੀ, ਉਹ ਅਰਜਨ ਸਿਉਂ ਦਾ ਘਰੇ ਪਾਇਆ ਸੀ। ਭੈਣੇ ਹੈਗਾ ਕੋਈ ਘਰੇ? ਉਹਨੇ ਸੰਗਦੀ ਨੇ ਘੁੰਡ ਕੱਢੀ ਖੜੀ ਨੇ ਬੂਹਾ ਖੜਕਾ ਕੇ ਆਵਾਜ਼ ਮਾਰੀ ਸੀ। ਆਜਾ ਭਾਈ, ਕੌਣ ਹੈ? ਆਜਾ। ਅੱਗੇ ਲੰਘਿਆ। ਚੌਂਤਰੇ ਤੇ ਬੈਠੀ ਬਚਨ ਕੌਰ ਨੇ ਕੱਚੀ ਕੰਦੋਲੀ ਦੀਆਂ ਮੋਰੀਆਂ ਵਿੱਚ ਦੀ ਝਾਕਦਿਆਂ ਆਵਾਜ਼ ਦਿੱਤੀ। ਅਰਜਨ ਸਿਉਂ ਉਦੋਂ ਕੋਈ 6 ਕੁ ਸਾਲ ਦਾ ਸੀ। ਆਪਣੀ ਮਾਂ ਕੋਲ ਪੀੜੀ ਤੇ ਬੈਠਾ ਸੀ। ਉਹ ਅੱਗੇ ਆ ਕੇ ਕੰਦੋਲੀ ਕੋਲ ਖੜੀ ਹੋ ਗਈ। ਨੀ ਭੈਣੇ, ਘੁੰਡ ਚੁੱਕਦੇ, ਹੈ ਨਹੀਂ ਕੋਈ ਬੰਦਾ ਘਰੇ। ਅਰਜਨ ਦਾ ਬਾਪੂ ਤਾਂ ਫੌਜ ਵਿੱਚ ਰੰਗਰੂਟ ਹੈ। ਉਹ ਬਾਹਰ ਗਿਆ ਜਹਾਜ਼ ਤੇ ਲੜਨ ਵਾਸਤੇ। ਆ ਗੋਰਿਆਂ ਦੀ ਲੜਾਈ ਹੈ ਕਿਸੇ ਮੁਲਕ ਨਾਲ ਭੈਣੇ। ਇਹ ਟੁੱਟ ਪੈਣੇ ਅੰਗਰੇਜ਼ ਵੀ ਨਾ ਕਿਸੇ ਨਾਲ ਆਡਾ ਲਾਈ ਰੱਖਦੇ ਆ ਤੇ ਅਸੀਂ ਘਰਾਂ 'ਚ ਬੈਠੀਆਂ ਉਡੀਕਦੀਆਂ ਰਹਿੰਦੀਆਂ ਕਦੋਂ ਲਾਹ ਮੁੱਕੇ ਤੇ ਕਦੋਂ ਉਹ ਮੁੜਨ। ਤੇ ਅਰਜਨ ਦਾ ਚਾਚਾ, ਉਹ ਓਦਾਂ ਹੀ ਘਰੇ ਨਹੀਂ ਆਉਂਦਾ, ਖੇਤ ਖੂਹ ਤੇ ਹੀ ਰਹਿੰਦਾ, ਡੰਗਰਾਂ ਵਾਲੀ ਹਵੇਲੀ ਹੁੰਦਾ। ਜਦੋਂ ਫਾਤਮਾ ਨੇ ਕਾਲੀ ਚੁੰਨੀ ਦਾ ਪੱਲਾ ਮੁੱਖ ਤੋਂ ਪਾਸੇ ਕੀਤਾ
ਤਾਂ ਐਦਾਂ ਲੱਗਾ ਜਿਵੇਂ ਕਾਲੀ ਬੱਦਲੀ ਦੇ ਓਲਿਓਂ ਚੰਨ ਨਿਕਲ ਆਇਆ ਹੋਵੇ, ਜਿਵੇਂ ਕੋਈ ਅਸਮਾਨੀ ਬਿਜਲੀ ਲਿਸ਼ਕ ਗਈ ਹੋਵੇ। ਅੱਛਾ, ਤੂੰ ਆ ਕਰੀਮੂ ਦੀ ਬਹੂ। ਮੈਂ ਕਿਹਾ ਖੌਰੇ ਪਤਾ ਨਹੀਂ ਕੌਣ ਆ। ਆ ਜਾ ਬਹਿ ਜਾ, ਆ ਪੀੜੀ ਖਿੱਚ ਲਾ ਉਰਾਂ ਨੂੰ ਬੱਚਨ ਨੂੰ ਕਰਨ ਦੇ। ਤਵੇ ਤੇ ਪਾਈ ਰੋਟੀ ਥਲਦੀ ਬੋਲੀ। ਪਰ ਉਹ ਚੌਂਤਰੇ ਦੀ ਕੱਚੀ ਕੰਧੋਲੀ ਦੇ ਪਰਲੇ ਪਾਸੇ ਖੜੀ ਹੀ ਬੋਲੀ, ਭੈਣੇ ਮੈਂ ਤਾਂ ਅੱਗ ਲੈਣ ਆਈ ਸੀ। ਰਾਤ ਅੱਗ ਦੱਬਣੀ ਭੁੱਲ ਗਈ ਸੀ। ਸਵੇਰੇ ਚੁੱਲ੍ਹੇ ਕੋਲ ਜਾ ਕੇ ਦੇਖਿਆ ਤਾਂ ਔਤਰਿਆਂ ਦੀ ਸਵਾਹ ਪਈ ਸੀ ਨਿਰੀ-ਪੁਰੀ। ਫਿਰ ਅਰਜਨ ਵੱਲ ਵੇਖਦੀ ਬੋਲੀ, ਤੂੰ ਕੀ ਕਰਦਾ ਸੀ ਪੁੱਤ? ਕੁਝ ਨਹੀਂ, ਆ ਬੇਬੇ ਨੇ ਆਟੇ ਦੀ ਚਿੜੀ ਬਣਾ ਕੇ ਦਿੱਤੀ ਆ। ਆ ਦੇਖੋ। ਅਰਜਨ ਫਾਤਮਾ ਨੂੰ ਚਿੜੀ ਵਿਖਾਉਂਦਾ ਬੋਲਿਆ ਸੀ, ਬੜੀ ਸੋਹਣੀ ਚਿੜੀ ਏ ਤੇਰੀ, ਲਿਆ ਮੈਨੂੰ ਦੇ ਦੇ। ਫਾਤਮਾ ਹੱਸਦੀ ਹੋਈ ਬੋਲੀ, ਨਹੀਂ ਨਹੀਂ, ਇਹ ਤਾਂ ਮੇਰੀ ਆ, ਤੂੰ ਬੇਬੇ ਤੋਂ ਹੋਰ ਬਣਵਾ ਲੈ। ਅਰਜਨ ਭੋਲੇ ਜਿਹੇ ਮੂੰਹ ਨਾਲ ਬੋਲਿਆ, ਆ ਜਾ ਬਹਿ ਵੀ ਜਾ ਹੁਣ। ਕਿਵੇਂ ਸੰਗਣ ਲੱਗੀ ਆ, ਜਿਵੇਂ ਮੈਂ ਤੇਰੀ ਜੇਠ ਹੁੰਨੀ ਆ। ਬਚਨ ਕੌਰ ਹੱਸਦੀ ਬੋਲੀ। ਉਹ ਪੀੜੀ ਖਿੱਚ ਬਚਨ ਕੌਰ ਕੋਲ ਬੈਠ ਗਈ। ਲਿਆ ਭੈਣੇ, ਫੇਰ ਕੋਈ ਕੰਮ ਕਰਵਾ ਦਿਆਂ। ਵਿਹਲੀ ਨਹੀਂ ਬੈਠ ਹੋਣਾ ਮੇਰੇ ਕੋਲੋਂ, ਪਰ ਕੰਮ ਛੋਟਾ ਦੱਸੀ ਭੈਣੇ। ਅਸੀਂ ਤੁਹਾਡੇ ਨਾਲੋਂ ਨੀਵੀਂ ਜਾਤ ਆਂ। ਦੂਮ ਆ ਭੈਣੇ, ਤੇ ਤੋਂ ਕਾਹਦਾ ਓਲਾ। ਜਾ ਨਹੀਂ ਤੇਰੇ, ਸੱਜ ਵਿਆਈਏ ਕਰਤੀ ਨਾ ਬੇਗਾਨਿਆਂ ਵਾਲੀ ਗੱਲ। ਨਾਲ ਭੈਣ ਕਹਿੰਦੀ ਏ, ਨਾਲੇ ਨੀਵੇਂ ਉੱਚੇ ਦੀਆਂ ਗੱਲਾਂ ਕਰਦੀ ਏ। ਚੱਲ ਆ ਰੋਟੀਆਂ ਚੋਪੜ ਦੇ। ਬਚਨ ਕੌਰ ਥੋੜਾ ਰੋਸਾ ਕਰਦੀ ਬੋਲੀ। ਉਹਨੇ ਕੋਲ ਪਏ ਮੱਖਣੀ ਵਾਲੇ ਕੁੱਜੇ ਵਿੱਚੋਂ ਚਾਰੇ ਉਂਗਲਾਂ ਮੱਖਣ ਨਾਲ ਲਬੇੜੀਆਂ ਤੇ ਛਾਬੇ ਵਿੱਚ ਪਈਆਂ ਰੋਟੀਆਂ ਚੋਪੜਨ ਲੱਗੀ। ਲਿਆ ਭੈਣੇ, ਦੁੱਧ ਵੀ ਰਿੜਕ ਦੇਵਾਂ। ਫੇਰ ਉਹ ਇਸ ਤੋਂ ਅੱਗੇ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਘਰ ਵਾਲੇ ਨੂੰ ਕੀ ਆਖ ਬੁਲਾਵੇ। ਕੋਈ ਧੀ ਪੁੱਤ ਨਹੀਂ ਸੀ, ਨਹੀਂ ਤਾਂ ਉਹਨਾਂ ਦਾ ਅੱਬਾ ਸ਼ਬਦ ਵਰਤ ਦਿੰਦੀ। ਅਰਜਨ ਦਾ ਉਹ ਚਾਚਾ ਸੀ ਜਾਂ ਭਰਾ, ਇਹ ਫਾਤਮਾ ਨੂੰ ਪਤਾ ਨਹੀਂ ਸੀ। ਇਸ ਤੋਂ ਅੱਗੇ ਉਹ ਸੰਗ ਜਿਹੀ ਗਈ। ਅੱਛਾ, ਕਰੀਮੂ ਉੱਠਣ ਵਾਲਾ ਹੋਣਾ। ਬਚਨੋਂ ਹੱਸਦੀ ਬੋਲੀ, ਆਹੋ ਭੈਣੇ, ਮੈਨੂੰ ਪਤਾ ਨਹੀਂ ਤੁਹਾਡਾ ਕੀ ਲੱਗਦਾ। ਫਾਤਮਾ ਫੇਰ ਸੰਗਦੀ ਬੋਲੀ, ਤੂੰ ਅੱਗੇ ਤੋਂ ਅਰਜਨ ਦਾ ਚਾਚਾ ਕਹਿ ਦਿਆ ਕਰ। ਕਿਵੇਂ ਸੰਗਦੀ ਨੇ? ਮੂੰਹ ਲਾਲ ਕੀਤਾ। ਸੱਚ ਤੂੰ ਆਪ ਦਾ ਨਾਂ ਨਹੀਂ ਦੱਸਿਆ। ਮੇਰਾ ਨਾਂ ਫਾਤਮਾ ਭੈਣੇ, ਉਦਾਂ ਪੇਕੇ ਪਿੰਡ ਫੱਤੋ ਹੀ ਕਹਿੰਦੇ ਸੀ ਸਾਰੇ। ਉਹਨੇ ਕੋਲ ਪਈ ਮਧਾਣੀ ਚੱਕ ਕੇ ਰਿੜਕਦੇ ਚਾਟੀ ਵਿੱਚ ਪਾ ਲਈ। ਉੱਪਰ ਦੀ ਨੇਤਰਾ ਪਾ ਕੇ ਦੋਵੇਂ ਪੈਰ ਡਾਹੀ ਨੂੰ ਲਾ ਕੇ ਪੀੜੀ ਥੋੜੀ ਪਿੱਛੇ ਕਰਦੀ ਦੁੱਧ ਰਿੜਕਣ ਲੱਗੀ। ਰਿੜਕਣੇ ਚੋਂ ਸ਼ਰਲ ਸ਼ਰਲ ਦੀਆਂ ਪਿਆਰੀਆਂ ਜੀਆਂ ਧੁੰਨਾਂ ਉੱਠਣ ਲੱਗੀਆਂ ਤੇ ਅੱਗੇ ਪਿੱਛੇ ਹੁੰਦੀਆਂ ਬਾਹਾਂ ਵਿੱਚ ਛਣਕਦੀਆਂ ਕੱਚ ਦੀਆਂ ਚੂੜੀਆਂ ਮਿੱਠਾ ਜਿਹਾ ਰਸ ਘੋਲ ਰਹੀਆਂ ਸਨ ਕੰਨਾਂ ਵਿੱਚ। ਫਿਰ ਹੱਸਦੀ ਬੋਲੀ, ਭੈਣੇ ਤੂੰ ਵੀ ਕਹਿਣਾ ਕਿ ਅੱਗ ਲੈਣ ਆਈ ਘਰ ਦੀ ਮਾਲਕ ਬਣ ਬੈਠੀ। ਦੁੱਧ ਰਿੜਕਣ ਤੋਂ ਬਾਅਦ ਕੜਛੀ 'ਚ ਅੱਗ ਪਾ ਅੱਗ ਲੈ ਕੇ ਤੁਰਨ ਲੱਗੀ। ਬੋਲੀ, ਭੈਣੇ ਮੱਖਣ ਆਪੇ ਕੱਢ ਲਵੀਂ। ਮੇਰੀ ਬੇਬੇ ਕਹਿੰਦੀ ਹੁੰਦੀ ਸੀ, ਕਿਸੇ ਦੇ ਹੱਥੋਂ ਨਜ਼ਰ ਲੱਗ ਜਾਂਦੀ ਹੈ। ਉਹ ਹੱਸਦੀ ਹੋਈ ਦਰਵਾਜ਼ਿਓਂ ਬਾਹਰ ਹੋ ਗਈ। ਉਹਦੇ ਪੈਰੀ ਪਾਈਆਂ ਝਾਂਜਰਾਂ ਦੀ ਆਵਾਜ਼ ਗਲੀ ਵਿੱਚੋਂ ਆਉਂਦੀ ਰਹੀ। ਹਾਏ ਨੀ, ਜੈ ਵੱਡੀ ਦਾ ਮੈਨੂੰ ਤਾਂ ਚੇਤਾ ਹੀ ਨਹੀਂ ਰਿਹਾ। ਸੁੱਖ ਨਾ ਪਹਿਲੀ ਵਾਰ ਤਾਂ ਜਵਾਕੜੀ ਘਰ ਆਈ ਸੀ। ਬੇ ਅਰਜਨਾ ਬੇ ਪੁੱਤ, ਪੁੱਤ ਬਣ ਕੇ ਕੌਲੀ ਦੇ ਕੇ ਆ ਫਾਤਮਾ ਦੇ ਘਰੇ। ਬਚਨ ਕੌਰ ਕੌਲੀ ਵਿੱਚ ਸ਼ੱਕਰ ਪਾ ਕੇ ਉੱਤੇ ਚਵਾਨੀ ਰੱਖ ਕੇ ਦਿੰਦੀ ਬੋਲੀ, ਪਰ ਬੇਬੇ ਮੈਂ ਉਹਨੂੰ ਕੀ ਕਹੂੰ ਜਾ ਕੇ? ਅਰਜਨ ਸਿਉਂ ਭੋਲਾ ਜਿਹਾ ਮੂੰਹ ਬਣਾਉਂਦਾ ਬੋਲਿਆ, ਕੁਝ ਨਹੀਂ, ਤੂੰ ਕਹੀ ਕਿ ਮਾਸੀ ਆ ਬੇਬੇ ਨੇ ਸ਼ਗਨ ਭੇਜਿਆ ਬਸ। ਅਰਜਨ ਸਿਉਂ ਆਪਣੀ ਮਾਂ ਤੋਂ ਸ਼ੱਕਰ ਵਾਲੀ ਕੌਲੀ ਫੜ ਕੇ ਫਾਤਮਾ ਦੇ ਘਰ ਜਾ ਵੜਿਆ। ਬਿਨਾਂ ਬੂਹੇ ਆਲਾ ਘਰ, ਪਸ਼ੂ ਡੰਗਰ ਤੋਂ ਬਾਹਰ ਚਲਾਇਆ ਇੱਕ ਵੱਡਾ ਸਾਰਾ ਲੱਕੜ ਦਾ ਟੰਬਾ। ਸੱਜੇ ਹੱਥ ਵਿਹੜੇ ਵਿੱਚ ਬੰਨੀਆਂ 6-7 ਬੱਕਰੀਆਂ। ਪਰਾਂ ਖੁਰਲੀ ਤੇ ਸੁੱਕੀ ਪਰਾਲੀ ਵਿੱਚ ਮੂੰਹ ਮਾਰ ਰਹੀ ਖੜੀ ਇੱਕ ਮੱਝ। ਉਹਨਾਂ ਤੋਂ ਥੋੜਾ ਹਟਵਾਂ ਮੰਜੇ ਤੇ ਖੇਸ ਲੈ ਕੇ ਪਿਆ ਕਰੀਮੂ। ਨਾਲ ਹੀ ਪਰਾਂ ਲੱਗਿਆ ਇੱਕ ਤੂਤ ਦਾ ਬੂਟਾ, ਜਿਸ ਦੇ ਸਿਰ ਪੱਤੇ ਹੀ ਸਨ। ਸਾਹਮਣੇ ਕੱਚਾ ਜਿਹਾ ਇੱਕ ਕੋਠੜਾ। ਕਮਰੇ ਦੇ ਮੂਹਰੇ ਕੱਚੀ ਕੰਧੋਲੀ ਵਾਲਾ ਚੌਂਤਰਾ, ਜਿਸ ਵਿੱਚ ਬਣੇ ਹਾਰੇ ਚੋਂ ਧੂੰਆਂ ਨਿਕਲ ਰਿਹਾ। ਸ਼ਾਇਦ ਫਾਤਮਾ ਨੇ ਬਚਨ ਕੌਰ ਤੋਂ ਲਿਆਂਦੀ ਅੱਗ ਹਾਰੇ ਵਿੱਚ ਪਾ ਦਿੱਤੀ ਸੀ। ਉੱਪਰ ਕਾਰਨੇ ਰੱਖਦੀ ਫਾਤਮਾ ਨੇ ਜਦ ਪਿੱਛੇ ਭੌਂ ਕੇ ਵੇਖਿਆ ਤਾਂ ਅਰਜਨ ਖੜਾ ਸੀ। ਆ ਮੇਰਾ ਪੁੱਤ, ਆਜਾ ਲੰਘਿਆ ਅੱਗੇ। ਇੱਥੇ ਕਿਉਂ ਰੁਕ ਗਿਆ? ਫਾਤਮਾ ਉਹਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਉਂਦੀ ਬੋਲੀ।
अर्जुन सिंह फातिमा को चौंते ते चला गया। मासी, बेबे ने आ शगन घल्लिया। फातिमा ने घुट के अर्जुन नूं सीने नाल ला लिया। बैठ पुत्त, बह जा। मां सदके ਉਹਨੇ अर्जुन नूं पीढ़ी ते बिठा लिया। पित्तल ਦੇ पतीले ਵਿੱਚੋਂ ਦੁੱਧ ਗਰਮ ਕਰਕੇ ਗਲਾਸ ਵਿੱਚ ਪਾ अर्जुन ਨੂੰ ਫੜਾਇਆ। ਅੰਦਰੋਂ ਪੀਪੇ ਵਿੱਚੋਂ ਕੱਢ ਕੇ 2 ਖੋਏ ਦੀਆਂ ਪਿੰਨੀਆਂ अर्जुन ਮੂਹਰੇ ਰੱਖ ਦਿੱਤੀਆਂ। ਲੈ ਖਾ ਮੇਰਾ ਸੋਹਣਾ ਪੁੱਤ, ਉਹ अर्जुन ਦਾ ਮੂੰਹ ਚੁੰਮਦੀ ਬੋਲੀ। ਫਿਰ ਸ਼ੱਕਰ ਵਾਲੀ ਕੌਲੀ ਖਾਲੀ ਕਰਕੇ ਉਹਦੇ ਵਿੱਚ ਵੀ 4 ਪਿੰਨੀਆਂ ਪਾ ਕੇ ਫੜਾਉਂਦੀ ਬੋਲੀ, ਆ ਬੇਬੇ ਨੂੰ ਦੇ ਦੇਵੀਂ ਪੁੱਤ, ਖਾਲੀ ਭਾਂਡਾ ਨਹੀਂ ਮੋੜਦੇ ਹੁੰਦੇ। ਵਕਤ ਬੀਤਣ ਲੱਗਾ। ਫਾਤਿਮਾ ਦੇ ਵਿਆਹ ਨੂੰ 2 ਸਾਲ ਹੋ ਚੱਲੇ ਸਨ, ਪਰ ਉਹਦੇ ਘਰ ਕੋਈ ਧੀ ਪੁੱਤ ਨਹੀਂ ਸੀ ਹੋਇਆ। ਆਂਢ ਗੁਆਂਢ ਦੀਆਂ ਬੁੜੀਆਂ ਨੇ ਉਹਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਜਦ ਉਹਨੇ ਗਲੀ ਵਿੱਚੋਂ ਲੰਘਣਾ, ਅਗਰ ਕਿਸੇ ਦੀ ਨੌਂ ਧੀ ਦੇ ਜਵਾਕ ਹੋਣ ਵਾਲਾ ਹੁੰਦਾ, ਉਹ ਆਪਣੀ ਨੌਂ ਧੀ ਨੂੰ ਆਵਾਜ਼ ਦਿੰਦੀ ਕਹਿੰਦੀ, ਨੀ ਧੀਏ ਅੰਦਰ ਹੋ ਜਾ, ਫਾਤਿਮਾ ਔਤਰੀ ਆਉਂਦੀ ਹੈ, ਵੇਖੀ ਕਿਤੇ ਪਰਛਾਵਾਂ ਪੈ ਜੇ ਇਹਦਾ। ਘਰ ਜਾ ਕੇ ਮੈਂ ਫਾਤਿਮਾ ਮੰਜੇ ਤੇ ਮੁੱਦੇ ਮੂੰਹ ਡਿੱਗ ਪੈਂਦੀ, ਜੁਲੜਾਂ 'ਚ ਮੂੰਹ ਦੇ ਕੇ ਕਿੰਨਾ ਕਿੰਨਾ ਚਿਰ ਰੋਂਦੀ ਰਹਿੰਦੀ। ਇੱਕ ਦਿਨ ਕੁਹਾੜੀ ਚੱਕ ਕੇ ਕਰੀਮੂ ਨੇ ਵਿਹੜੇ ਵਿਚਲੇ ਤੂਤ ਦੇ ਬੂਟੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਫਾਤਿਮਾ ਨੇ ਪੁੱਛਿਆ, ਕਿਉਂ ਵੱਢ ਰਹੇ ਹੋ ਬੂਟੇ ਨੂੰ? ਕਰੀਮੂ ਗੁੱਸੇ ਵਿੱਚ ਬੋਲਿਆ, ਜਿਹੜੇ ਬੂਟੇ ਨੂੰ ਫਲ ਨਾ ਲੱਗੇ ਉਹ ਔਤਰੀ ਤੀਵੀਂ ਵਰਗਾ ਹੁੰਦਾ, ਐਵੇਂ ਸਾਲਾ ਘਰ ਵਿੱਚ ਥਾਂ ਹੀ ਘੇਰਦਾ, ਫਾਇਦਾ ਉਹਨਾਂ ਦਾ ਕੱਖ ਨਹੀਂ ਹੁੰਦਾ। ਫਾਤਿਮਾ ਚੁੱਪਚਾਪ ਅੰਦਰ ਵੜ ਗਈ। ਕਰੀਮੂ ਦੀ ਗੱਲ ਉਹਦਾ ਕਾਲਜਾ ਚੀਰ ਗਈ। ਸਰਹਾਣੇ ਵਿੱਚ ਮੂੰਹ ਦੇਖ ਕੇ ਰੋਂਦੀ ਰਹੀ, ਨਾਲੇ ਰੱਬ ਨੂੰ ਮਿਹਣੇ ਮਾਰਦੀ ਰਹੀ। ਐ ਮੇਰੇ ਅੱਲਾ, ਕੀ ਮਾੜਾ ਕੀਤਾ ਮੈਂ ਤੇਰਾ? ਤੂੰ ਤਾਂ ਖੁਦਾ ਏ, ਤੇਰੇ ਘਰ ਘਾਟਾ ਤਾਂ ਨਹੀਂ ਹੈ ਕਿਸੇ ਚੀਜ਼ ਦਾ। ਤੇਰਾ ਕੀ ਜਾਂਦਾ ਜੇ ਇਸ ਨਿਮਾਣੀ ਦੀ ਕੁੱਖ ਖਰੀ ਕਰ ਦੇਵੀਂ। ਮੇਰੇ ਚੰਦਰੀ ਦੇ ਪੇਕੇ ਘਰ ਵੀ ਕੋਈ ਨਹੀਂ। ਖਾਲਾ ਮਾਸੀ ਨੇ ਪਾਲਿਆ ਤੇ ਆਪਣੇ ਭਰਾ ਦੇ ਪੁੱਤ ਨਾਲ ਵਿਆਹ ਤੈਅ ਕਰ ਦਿੱਤਾ ਸੀ। ਬਚਪਨ ਵਿੱਚ ਹੀ ਹੁਣ ਆਪ ਵੀ ਇਸ ਜਹਾਨੋਂ ਚਲੀ ਗਈ। ਜਿਸ ਦੇ ਮਰਨ ਤੋਂ ਬਾਅਦ ਕਰੀਮੂ ਫਾਤਿਮਾ ਦਾ ਮੁਕਲਾਵਾ ਲੈ ਆਇਆ ਸੀ। ਕਰੀਮੂ ਫਾਤਿਮਾ ਦੇ ਸਕੇ ਮਾਮੇ ਦਾ ਮੁੰਡਾ ਸੀ। ਫਾਤਿਮਾ ਰੋਂਦੀ ਹੋਈ ਸੋਚ ਰਹੀ ਸੀ, ਕੀ ਔਰਤ ਹੈ, ਬੱਚੇ ਜੰਮਣ ਕਰਕੇ ਹੀ ਵਿਆਹ ਕੀਤਾ ਜਾਂਦਾ? ਇਸ ਤੋਂ ਬਾਅਦ ਉਹਦੀ ਕੋਈ ਹੋਰ ਔਕਾਤ ਨਹੀਂ ਹੁੰਦੀ ਘਰ ਵਿੱਚ। ਅੱਗੇ ਤਾਂ ਲੋਕ ਮਿਹਣੇ ਦਿੰਦੇ ਸੀ, ਪਰ ਉਹ ਤਾਂ ਬੇਗਾਨੇ ਸੀ। ਮੇਰੇ ਖੁਦਾ, ਪਰ ਅੱਜ ਤੋਂ ਘਰੋਂ ਹੀ ਵੀ ਮਿਹਣਾ ਮਾਰ ਦਿੱਤਾ ਗਿਆ ਮੈਨੂੰ ਔਤਰੀ ਹੋਣ ਦਾ। ਮੇਰੇ ਘਰ ਵੀ ਕੋਈ ਦੀਵਾ ਜਗਾਉਣ ਵਾਲਾ ਜੀ ਭੇਜ ਦੇ ਖੁਦਾ। ਉਹਨੇ ਪੂਰੀ ਤਰ੍ਹਾਂ ਮੂੰਹ ਸਰਹਾਣੇ ਵਿੱਚ ਘੁੱਟ ਲਿਆ ਤਾਂ ਕਿ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ। ਕਰੀਮੂ ਤੂਤ ਵੱਢਦਾ ਮੁੜਕੋ ਮੁੜਕੀ ਹੋਇਆ। ਫਾਤਿਮਾ ਨੂੰ ਪਾਣੀ ਦਾ ਗਲਾਸ ਫੜਾਉਣ ਲਈ ਆਵਾਜ਼ਾਂ ਮਾਰ ਰਿਹਾ ਸੀ, ਪਰ ਫਾਤਿਮਾ ਤਾਂ ਅੰਦਰ ਸਰਹਾਣੇ ਵਿੱਚ ਮੂੰਹ ਦੇ ਕੇ ਆਪਣੇ ਕਰਮਾਂ ਨੂੰ ਰੋ ਰਹੀ ਸੀ। ਜਦ ਫਾਤਿਮਾ ਨੂੰ ਨਾ ਸੁਣਿਆ ਤਾਂ ਕਰੀਮੂ ਨੇ ਉਸੇ ਤੂਤ ਦੀ ਇੱਕ ਸ਼ਮਕ ਤੋੜੀ ਤੇ ਗੁੱਸੇ ਵਿੱਚ ਅੰਦਰ ਗਿਆ। ਫਾਤਿਮਾ ਮੁੱਦੇ ਮੂੰਹ ਪਈ ਹੋਈ ਸੀ। ਉਹਨੇ ਤੂਤ ਦੀ ਸ਼ਮਕ ਉਹਦੇ ਪਿੰਡੇ ਤੇ ਬਰਾਉਣੀ ਸ਼ੁਰੂ ਕਰ ਦਿੱਤੀ। ਫਾਤਿਮਾ ਨੇ ਮੂੰਹ ਹੋਰ ਸਰਹਾਣੇ ਵਿੱਚ ਘੁੱਟ ਲਿਆ ਤਾਂ ਕਿ ਉਹਦੀ ਚੀਕ ਨਾ ਨਿਕਲੇ। ਪਤਾ ਨਹੀਂ ਕਰੀਮੂ ਨੇ ਕਿੰਨਾ ਕੁ ਕੁੱਟਿਆ ਉਸ ਪਰੀਆਂ ਵਰਗੀ ਫਾਤਿਮਾ ਨੂੰ। ਫਿਰ ਇਹ ਬੋਲਦਾ ਘਰੋਂ ਨਿਕਲ ਗਿਆ, ਸਾਲੇ ਦੀ ਔਤਰੀ ਤੀਵੀਂ ਇੱਕ ਜਵਾਕ ਨਹੀਂ ਜੰਮ ਸਕਦੀ, ਲੋਕ ਮੈਨੂੰ ਮਿਹਣੇ ਮਾਰਦੇ ਆ। ਅਖੇ ਭਾਈ, ਕਰੀਮੂ 'ਚ ਕੋਈ ਕਮੀ ਕੱਖ ਕੰਡਾ ਨਹੀਂ ਹੋਣਾ। ਸਾਲੀ ਕੁੱਤੀ ਤੀਵੀਂ ਨੇ ਵੀ ਮੇਰੀ ਵੀ ਥੂ ਥੂ ਕਰਵਾ ਦਿੱਤੀ ਸਾਰੇ। ਅਰਜਨ ਹੁਣ 8 ਕੁ ਸਾਲ ਦਾ ਹੋ ਗਿਆ ਸੀ। ਉਹ ਕੁਝ ਲੈਣ ਫਾਤਿਮਾ ਘਰੇ ਆਇਆ ਸੀ। ਫਾਤਿਮਾ ਉਸੇ ਤਰ੍ਹਾਂ ਮੁੱਦੇ ਮੂੰਹ ਪਈ ਰੋ ਰਹੀ ਸੀ। ਅਰਜਨ ਦੇ ਆਉਣ ਤੇ ਉਹ ਮਸਾਂ ਉੱਠੀ। ਆਜਾ ਪੁੱਤ, ਕਿਵੇਂ ਆਇਆ? ਇੰਨੀ ਗੱਲ ਕਹਿੰਦਿਆਂ ਫਾਤਿਮਾ ਨੇ ਚੀਸ ਵੱਟ ਲਈ। ਉਹਦੇ ਪਿੰਡੇ ਤੇ ਪਈਆਂ ਲਾਸ਼ਾਂ ਚੋਂ ਦਰਦ ਉੱਠ ਰਿਹਾ ਸੀ। ਮਾਸੀ, ਬੇਬੇ ਨੇ ਦਾਲ ਦੀ ਕੌਲੀ ਮੰਗਵਾਈ ਹੈ, ਧੋਤੀ ਮੂੰਗੀ ਦੀ। ਫਾਤਿਮਾ ਮਸਾਂ ਹੀ ਮੰਜੇ ਤੋਂ ਉੱਠੀ। ਇੱਕ ਮਿੱਟੀ ਦੇ ਤੌੜੇ ਦਾ ਚੱਪਣ ਚੱਕ ਉਸ ਵਿੱਚੋਂ ਦਾਲ ਦੀ ਕੌਲੀ ਭਰ ਕੇ ਅਰਜਨ ਨੂੰ ਫੜਾ ਦਿੱਤੀ। ਆਪ ਫਿਰ ਮੰਜੇ ਤੇ ਲੰਬੀ ਪੈ ਗਈ। ਅਰਜਨ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ, ਬੇਬੇ, ਲੱਗਦਾ ਚਾਚੇ ਕਰੀਮੂ ਨੇ ਅੱਜ ਫਿਰ ਮਾਸੀ ਨੂੰ ਬਹੁਤ ਕੁੱਟਿਆ। ਉਹ ਅੰਦਰ ਪਈ ਰੋਈ ਜਾਂਦੀ ਸੀ। ਬਚਨ ਕੌਰ ਦੀਆਂ ਅੱਖਾਂ ਭਰ ਆਈਆਂ। ਪਹਿਲਾਂ ਵੀ ਕਰੀਮੂ ਕਈ ਵਾਰ ਫਾਤਿਮਾ ਨੂੰ ਬਿਨਾਂ ਗੱਲੋਂ ਕੁੱਟ ਸਿੱਟਦਾ ਸੀ। ਪੁੱਤ, ਹੋਰ ਤਾਂ ਨਹੀਂ ਬੋਲੀ ਕੁਝ ਮਾਸੀ ਤੇਰੀ? ਬਚਨੂ ਨੇ ਅੱਖਾਂ ਪੂੰਝਦਿਆਂ ਪੁੱਛਿਆ। ਨਹੀਂ ਬੇਬੇ, ਹੋਰ ਤਾਂ ਨਹੀਂ ਕੁਝ ਵੀ ਕਿਹਾ ਮਾਸੀ ਨੇ।
ਬੇਬੇ, ਚਾਚਾ ਕਰੀਮੂ ਮਾਸੀ ਨੂੰ ਕੁੱਟਦਾ ਕਿਉਂ ਆ? ਬਸ ਪੁੱਤ, ਜਦੋਂ ਹੋਰ ਕਿਤੇ ਵੱਸ ਨਾ ਚੱਲੇ, ਸਾਰਾ ਗੁੱਸਾ ਘਰਵਾਲੀ ਤੇ ਕੱਢ ਦਿਓ। ਨਾਲੇ ਕੰਧ ਤੇ ਤੀਵੀਂ ਨੇ ਕਿਹੜਾ ਅੱਗੋਂ ਬੋਲਣਾ ਹੁੰਦਾ। ਏਦਾਂ ਹੀ ਕੁਝ ਮਹੀਨੇ ਬੀਤ ਗਏ। ਸਾਲ 1945 ਦਾ ਵਿਸਾਖ ਮਹੀਨਾ ਚੱਲ ਰਿਹਾ ਸੀ। ਹਿਟਲਰ ਨੇ 30 ਅਪ੍ਰੈਲ ਨੂੰ ਖੁਦਕੁਸ਼ੀ ਕਰ ਲਈ ਸੀ। ਇਸ ਲਈ 7 ਮਈ ਨੂੰ ਜਰਮਨ ਨੇ ਬ੍ਰਿਟਿਸ਼ ਅੱਗੇ ਹਥਿਆਰ ਸੁੱਟ ਦਿੱਤੇ ਸਨ। 6 ਸਾਲ ਲੰਬੀ ਜੰਗ ਯੂਰਪ ਵਿੱਚ ਮੁੱਕ ਚੁੱਕੀ ਸੀ, ਪਰ ਇਸ ਜੰਗ ਵਿੱਚ 7 ਕਰੋੜ ਜਾਨਾਂ ਜਾ ਚੁੱਕੀਆਂ ਸਨ। ਗੋਰਿਆਂ ਦੀ ਇਸ ਆਪਸੀ ਲੜਾਈ ਵਿੱਚ 1.5 ਲੱਖ ਭਾਰਤੀ ਵੀ ਆਪਣੀ ਜਾਨ ਗਵਾ ਚੁੱਕੇ ਸਨ। ਲੜਾਈ ਖਤਮ ਹੁੰਦਿਆਂ ਲਾਮ ਤੇ ਗਏ ਫੌਜੀ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ ਸਨ। ਸਵੇਰੇ ਸਵੇਰੇ ਬਚਨ ਕੌਰ ਦਾ ਬੂਹਾ ਜ਼ੋਰ-ਜ਼ੋਰ ਨਾਲ ਖੜਕਿਆ। ਬਚਨ ਕੌਰ ਨੇ ਅਰਜਨ ਨੂੰ ਉਠਾਇਆ। ਅਰਜਨ ਨੇ ਜਾ ਕੇ ਬੂਹਾ ਖੋਲ੍ਹਿਆ ਤਾਂ ਬਾਹਰ ਕਰਮੂਦੀਨ ਖੜਾ ਸੀ। ਅਰਜਨਾ, ਤੇਰੀ ਬੇਬੇ ਨੂੰ ਉਠਾਈ ਸ਼ੇਰ ਬਣ ਕੇ। ਕਰਮੂਦੀਨ ਘਬਰਾਇਆ ਹੋਇਆ ਬੋਲਿਆ। ਬੇਬੇ ਬਾਹਰ ਆਈ, ਚਾਚਾ ਕਰੀਮੂ ਆਇਆ। ਅਰਜਨ ਨੇ ਬਚਨ ਕੌਰ ਨੂੰ ਆਵਾਜ਼ ਮਾਰੀ। ਹਾਂ ਭਾਈ ਕਰੀਮੂ, ਸੁੱਖ ਤਾਂ ਹੈ? ਬਚਨ ਕੌਰ ਬਾਹਰ ਆਉਂਦੀ ਬੋਲੀ। ਉਹ ਭਾਬੀ ਜਲਦੀ ਆ ਮੇਰੇ ਨਾਲ। ਆ ਅਰਜਨ ਦੀ ਮਾਸੀ ਰਾਤ ਦੀ ਢਿੱਲੀ ਐ, ਉਹਨੂੰ ਰਾਤ ਦੀਆਂ ਉੱਪਰ ਛਲਾਂ ਆਈਆਂ ਜਾਂਦੀਆਂ। ਬਚਨ ਕੌਰ ਕਾਹਲੀ ਨਾਲ ਅਰਜਨ ਨੂੰ ਨਾਲ ਲੈ ਕੇ ਹੱਥ ਵਿੱਚ ਲਾਲਟਨ ਫੜ ਕਰੀਮੂ ਦੇ ਘਰ ਵੱਲ ਤੁਰ ਪਈ। ਜਾਂਦਿਆਂ ਨੂੰ ਫਾਤਮਾ ਬੇਸੁੱਧ ਜਿਹੀ ਪਈ ਸੀ। ਕਰੀਮੂ ਨੂੰ, ਤੂੰ ਏਦਾਂ ਕਰ, ਮੈਂ ਫਾਤਮਾ ਕੋਲ ਬਹਿਨੀ ਆ, ਤੂੰ ਭੱਜ ਕੇ ਰਤਨੀ ਦਾਈ ਨੂੰ ਹਾਕ ਮਾਰ ਕੇ ਲਿਆ। ਉਹ ਦੇਖ ਟੋਕ ਕੇ ਢਿੱਡ, ਕਿਤੇ ਧਰਨ ਧੁਰਨ ਨਾ ਪੈ ਗਈ ਹੋਵੇ। ਕਰੀਮੂ ਰਤਨੀ ਦਾਈ ਨੂੰ ਸੱਦ ਲਿਆਇਆ। ਰਤਨੀ ਨੇ ਟੋਕ ਕੇ ਦੇਖਿਆ ਤੇ ਬਚਨ ਕੌਰ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੀ ਬੋਲੀ, ਵਧਾਈਆਂ ਬਚਨ ਕੁਰੇ, ਘਰੇ ਕੋਈ ਨਿੱਕਾ ਜੀ ਆਉਣ ਵਾਲਾ ਏ। ਇੰਨੀ ਗੱਲ ਸੁਣਦਿਆਂ ਫਾਤਮਾ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਉਹਨੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਰੱਬ ਨੇ ਫਾਤਮਾ ਦੇ ਮੱਥੇ ਤੋਂ ਔਤਰੀ ਦਾ ਕਲੰਕ ਧੋ ਦਿੱਤਾ ਸੀ। ਪਰ ਰੱਬ ਤਾਂ ਕੁਝ ਹੋਰ ਹੀ ਖੇਡਾਂ ਸੋਚੀ ਬੈਠਾ ਸੀ। ਉਹਨਾਂ ਵਾਸਤੇ ਲਾਮ ਤੇ ਗਏ ਭਾਰਤ ਦੇ ਸਿਪਾਹੀ ਇਟਲੀ, ਫਰਾਂਸ, ਅਫਰੀਕਾ ਤੋਂ ਕੱਲੇ ਨਹੀਂ ਸਨ ਮੁੜੇ। ਉਹਨਾਂ ਨਾਲ ਆਈ ਸੀ ਇੱਕ ਬਿਮਾਰੀ, ਇੱਕ ਐਸੀ ਬਿਮਾਰੀ ਜਿਸ ਨੂੰ ਕਿਸੇ ਪਲੇਗ ਕਿਹਾ। ਤੇ ਪੰਜਾਬ ਵਿੱਚ ਇਹ ਬਿਮਾਰੀ ਪਹਿਲਾਂ 1918 ਵਿੱਚ ਵੀ ਆਈ ਸੀ, ਜਦੋਂ ਪਹਿਲੀ ਸੰਸਾਰ ਜੰਗ ਚੋਂ ਫੌਜੀ ਵਾਪਸ ਪਰਤੇ ਸਨ। ਉਸ ਬਿਮਾਰੀ ਨੂੰ ਪੰਜਾਬ ਵਿੱਚ ਨਾਂ ਮਿਲਿਆ ਸੀ ਕੱਤੇ ਦੀ ਬਿਮਾਰੀ, ਕਿਉਂਕਿ ਉਹ ਬਿਮਾਰੀ ਕੱਤੇ ਦੇ ਮਹੀਨੇ 1918 ਵਿੱਚ ਫੌਜੀਆਂ ਨਾਲ ਆਈ ਸੀ। ਇਸ ਬਿਮਾਰੀ ਨੇ ਪਿੰਡਾਂ ਦੇ ਪਿੰਡ ਤੇ ਘਰਾਂ ਦੇ ਘਰ ਖਾਲੀ ਕਰ ਦਿੱਤੇ। ਲੋਕ ਇੱਕ ਨੂੰ ਫੂਕ ਕੇ ਘਰ ਮੁੜਦੇ ਤਾਂ ਆਉਂਦਿਆਂ ਨੂੰ ਘਰੇ ਦੂਜਾ ਮਰਿਆ ਪਿਆ ਹੁੰਦਾ। ਲੋਕ ਘਰ ਛੱਡ ਕੇ ਬਾਹਰ ਖੇਤਾਂ ਵਿੱਚ ਰਹਿਣ ਲੱਗ ਪਏ ਸਨ। 1945 ਵਿੱਚ ਵੀ ਇਸ ਬਿਮਾਰੀ ਨੇ ਥੋੜਾ ਬਹੁਤ ਰੰਗ ਵਿਖਾਇਆ, ਪਰ ਪਹਿਲੀ ਸੰਸਾਰ ਜੰਗ ਜਿੰਨਾ ਨਹੀਂ। ਆਖਰ ਨੂੰ ਇਹ ਬਿਮਾਰੀ ਨੇ ਕਰੀਮੂ ਨੂੰ ਵੀ ਆ ਘੇਰਿਆ। ਜਿਸ ਦਿਨ ਫਾਤਮਾ ਨੇ ਇੱਕ ਧੀ ਨੂੰ ਜਨਮ ਦਿੱਤਾ, ਉਸ ਦਿਨ ਕਰੀਮੂ ਦਾ ਜਨਾਜ਼ਾ ਉੱਠ ਗਿਆ। ਫਾਤਮਾ ਦਾ ਰੋ ਰੋ ਬੁਰਾ ਹਾਲ ਸੀ। ਇੱਕ ਮਾਸੂਮ ਜਿੰਦ ਕੋਲ ਪਈ ਰੋ ਰਹੀ ਸੀ। ਪਰੀਆਂ ਵਰਗੀ ਮੋਟੀਆਂ ਮੋਟੀਆਂ ਅੱਖਾਂ, ਪਰ ਲੋਕਾਂ ਦੀ ਜ਼ੁਬਾਨ ਵਿੱਚ ਇੱਕ ਭੁੱਖੀ ਡੈਣ ਚੋਂ ਜੰਮਦੀ ਹੀ ਆਪਣੇ ਪਿਓ ਨੂੰ ਖਾ ਗਈ ਸੀ। ਫਾਤਮਾ ਨੂੰ ਮੰਜੇ ਤੋਂ ਚੁੱਕ ਥੱਲੇ ਸੱਥਰ ਤੇ ਲੰਮੀਆਂ ਪਾ ਦਿੱਤਾ ਗਿਆ। ਜਣੇਪੇ ਦੀਆਂ ਪੀੜਾਂ ਉਹਦੀ ਜਾਨ ਕੱਢ ਰਹੀਆਂ ਸਨ। ਉੱਤੋਂ ਸਿਰ ਦੇ ਸਾਈਂ ਦਾ ਦੁੱਖ ਅੱਖਾਂ ਚੋਂ ਘਰਾਲਾ ਬਣ ਬਹਿ ਰਿਹਾ ਸੀ। ਦੋ ਬੁੜੀਆਂ ਮੋਢਿਆਂ ਤੋਂ ਫੜ ਕੇ ਫਾਤਮਾ ਨੂੰ ਜਨਾਜ਼ੇ ਨਾਲ ਲੈ ਗਈਆਂ। ਕਰੀਮੂ ਨੂੰ ਪਿੰਡ ਦੇ ਬਾਹਰ ਪਿੰਡ ਦੀ ਸਾਂਝੀ ਜਗ੍ਹਾ ਦਫਨਾ ਦਿੱਤਾ ਗਿਆ, ਜਿੱਥੇ ਪਹਿਲਾਂ ਵੀ ਉਹਦੇ ਵੱਡ ਵਡੇਰਿਆਂ ਦੀਆਂ ਕਬਰਾਂ ਬਣੀਆਂ ਹੋਈਆਂ ਸਨ। ਨਿੱਕੀ ਜੀ ਜਿੰਦ ਤੇ ਫਾਤਮਾ ਕੱਲੀਆਂ ਰਹਿ ਗਈਆਂ। ਮਹੀਨਾ ਪਰ ਬਚਨ ਕੌਰ ਨੇ ਫਾਤਮਾ ਨੂੰ ਧੀਆਂ ਵਾਂਗ ਸਾਂਭਿਆ, ਤੇ ਹੋਰ ਵੀ ਹੈ ਵੀ ਕੌਣ ਸੀ ਉਸ ਵਿਚਾਰੀ ਦਾ। ਉਸ ਮਾਸੂਮ ਜਿੰਦ ਦਾ ਨਾਂ ਨਸੀਰਾ ਰੱਖਿਆ ਗਿਆ। ਨਿੱਕੀ ਜੀ ਹਲੇ 2 ਕੁ ਮਹੀਨਿਆਂ ਦੀ ਸੀ ਨਸੀਰਾ, ਜਦੋਂ ਫਾਤਮਾ ਉਹਨੂੰ ਬਚਨ ਕੌਰ ਕੋਲ ਦੇ ਅਰਜਨ ਕੋਲ ਛੱਡ ਲੋਕਾਂ ਦੇ ਘਰ ਵਿਆਹ ਸ਼ਾਦੀਆਂ ਜਾਂ ਕਿਸੇ ਖੁਸ਼ੀ ਗਮੀ ਤੇ ਕੰਮ ਕਰਨ ਚਲੀ ਜਾਂਦੀ। ਵਿਆਹ ਵਾਲੇ ਘਰਾਂ ਵਿੱਚ ਸ਼ਰਾਬੀਆਂ ਦੀਆਂ ਨਜ਼ਰਾਂ ਉਹਦੇ ਜਿਸਮ ਦਾ ਬਲਾਤਕਾਰ ਕਰਦੀਆਂ ਰਹਿੰਦੀਆਂ। ਸਿਆਣਿਆਂ ਨੇ ਸਾਚੀ ਤਾਂ ਕਿਹਾ ਕਿ ਰੰਡੀ ਦਾ ਰੰਡ ਕੱਟ ਲੈਂਦੀ ਹੈ, ਪਰ ਲੋਕ ਨਹੀਂ ਕੱਟਣ ਦਿੰਦੇ। ਹਰ ਕੋਈ ਕਿਸੇ ਨਾ ਕਿਸੇ ਬਹਾਨੇ ਫਾਤਮਾ ਨੂੰ ਛੂਹਣ ਦੀ ਕੋਸ਼ਿਸ਼ ਕਰਦਾ। ਉਹਦਾ ਵਿਚਾਰੀ ਦਾ ਰੋਣ ਨਿਕਲ ਜਾਂਦਾ। ਕਦੀ ਕੋਈ ਸ਼ਰਾਬੀ ਭਾਂਡੇ ਚੁੱਕਣ ਗਈ ਦਾ ਹੱਥ ਵੀ ਫੜ ਲੈਂਦਾ, ਕਦੇ ਕੋਈ ਵਾਲਾ ਚਾਂਬ ਲਿਆ
ਉਹਦੇ ਚੂੰਡੀ ਵੀ ਵੱਢ ਦਿੰਦਾ। ਪਰ ਰੱਬ ਨੇ ਵਕਤ ਜੋ ਪਾ ਦਿੱਤਾ ਸੀ, ਦੱਸਦੀ ਵੀ ਤਾਂ ਕਿਹਨੂੰ ਦੱਸਦੀ। ਓਦਾਂ ਵੀ ਰੱਬ ਨੇ ਰੰਗ ਰੂਪ ਇੰਨਾ ਦਿੱਤਾ ਸੀ, ਜਿੰਨੀ ਮਾੜੀ ਕਿਸਮਤ। ਛੜਿਆਂ ਨੇ ਤਾਂ ਫਾਤਮਾ ਦੇ ਘਰ ਅੱਗੋਂ ਦੀ ਕਈ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਉਹਦੇ ਅੰਗਾਂ ਦੀਆਂ ਗੱਲਾਂ ਤਾਂ ਖੁੰਡਾ ਤੇ ਖੁੰਡ ਚਾਚਾ ਦਾ ਪੱਖਵਾਂ ਮਸਾਲਾ ਬਣ ਗਈਆਂ ਸਨ। ਲੋਕ ਗੱਲਾਂ ਕਰਦੇ, 5 ਕੁ ਦਿਨ ਪਹਿਲਾਂ ਨੰਬਰਦਾਰਾਂ ਦੇ ਮੁੰਡੇ ਦੀ ਛਟੀ ਨਹੀਂ ਸੀ, ਹਨੇਰਾ ਜਿਹਾ ਕਾਰੀ ਸੀ। ਨੰਬਰਦਾਰ ਨੇ ਮੈਨੂੰ ਕਹਿੰਦੀ, ਜਾਗਰਾ ਜਾਂ ਫਾਤਮਾ ਨਾਲ ਜਾ ਕੇ ਰਸੋਈ ਚੋਂ ਦਾਲ ਵਾਲਾ ਦੇਗਾ ਚੁਕਾ ਲਿਆ। ਮੇਰੀ ਤਾਂ ਜਿਵੇਂ ਰੱਬ ਨੇ ਨੇੜੇ ਹੋ ਕੇ ਸੁਣ ਲਈ। ਮੈਂ ਜਾਣ ਕੇ ਠੇਡਾ ਜਿਹਾ ਖਾ ਕੇ ਉਹਦੇ ਉੱਤੇ ਡਿੱਗ ਪਿਆ। ਮੈਂ ਤਾਂ ਫੇਰ 3 ਦਿਨ ਨਹਾਤਾ ਹੀ ਨਾ। ਉਹਦੇ ਮੁੜਕੇ ਦੀ ਵਾਸ਼ਨਾ ਹੀ ਆਏਗੀ ਪਿੰਡੇ ਚੋਂ। ਦੂਜੇ ਨੇ ਗੱਲ ਕੱਟਦਿਆਂ ਕਹਿਣਾ ਕਿ ਇਹ ਤਾਂ ਕੁਝ ਵੀ ਨਹੀਂ। ਜਦੋਂ ਆਪਣੇ ਮੈਂਗਲ ਬੂਝੇ ਫੂਕ ਦੀ ਕੁੜੀ ਦਾ ਵਿਆਹ ਸੀ, ਮੈਨੂੰ ਭੇਜਤਾ। ਅਖੇ ਜਾ ਪਸ਼ੂਆਂ ਵਾਲੇ ਅੰਦਰ ਭਾਂਡਿਆਂ ਦਾ ਮੰਜਾ ਪਿਆ, ਥਾਲ ਚੱਕ ਲਿਆ। ਅੱਗੇ ਫਾਤਮਾ ਬੈਠੀ, ਚੁੰਨੀ ਉਹਨੇ ਲਾ ਕੇ ਗਿੱਲੀ ਹੋਣ ਦੇ ਡਰ ਤੋਂ ਪਰਾਂ ਰੱਖੀ ਹੋਈ ਸੀ। ਮੈਨੂੰ ਤਾਂ ਭਰਾਵੋ ਉਹਦੇ ਛਾਤੀਆਂ ਦੇ ਉਭਾਰ ਜੋ ਉਸ ਕੋਠੀ ਦੇ ਉੱਤੋਂ ਦੀ ਦੇਖੇ, ਬਾਹਰੋਂ ਬਾਹਰ ਉਹਨਾਂ ਨੇ ਸਾਕਸ਼ਾਤ ਦਰਸ਼ਨ ਹੋ ਗਏ। ਪਿੰਡ ਦੀਆਂ ਕਈਆਂ ਬੁੜੀਆਂ ਨੇ ਵੀ ਦੱਬੀ ਜ਼ੁਬਾਨ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਤਾਂ ਰੰਡੀ ਸਾਡੇ ਬੰਦੇ ਪੱਟਦੀ ਹੈ, ਆਹੋ ਕਿਹੜਾ ਕੋਈ ਖਸਮ ਹੈਗਾ ਰੋਕਣ ਵਾਲਾ। ਪਰ ਫਾਤਮਾ ਨੇ ਆਪਣੀ ਧੀ ਨੂੰ ਤਾਂ ਪਾਲਣਾ ਹੀ ਸੀ। ਲੋਕਾਂ ਲਈ ਭਾਵੇਂ ਉਹ ਡੈਣ ਸੀ ਜੋ ਜੰਮਦੀ ਆਪਣੇ ਪਿਓ ਨੂੰ ਖਾ ਗਈ, ਪਰ ਫਾਤਮਾ ਨੇ ਤਾਂ ਢਿੱਡ ਦੀ ਆਂਦਰ ਸੀ। ਉਹ ਫਾਤਮਾ ਨੇ ਤਾਂ ਉਹਨੂੰ ਸੁੱਖਾਂ ਸੁੱਖ ਕੇ ਲਿਆ ਸੀ। ਫਾਤਮਾ ਨੇ ਥੱਕੀ ਹਾਰੀ ਨੇ ਜਦ ਲੋਕਾਂ ਘਰੇ ਕੰਮ ਕਰਕੇ ਘਰ ਆਉਣਾ, ਤਾਂ ਬਚਨ ਕੌਰ ਦੇ ਘਰ ਮੰਜੇ ਦੀ ਬਾਹੀ ਨਾਲ ਦੋਵੇਂ ਪਾਸੇ ਚੁੰਨੀ ਬਣ ਕੇ ਬਣਾਏ ਪੀਂਘੇ ਵਿੱਚੋਂ ਨਸੀਰਾਂ ਨੂੰ ਚੱਕ ਕੇ ਚੁੰਮਣਾ ਸ਼ੁਰੂ ਕਰ ਦੇਣਾ। ਉਹਨੂੰ ਬਾਰ-ਬਾਰ ਕੁੱਟ-ਕੁੱਟ ਕਾਲਜੇ ਲਾਉਣਾ। ਜਦੋਂ ਮਾਸੂਮ ਨਸੀਰਾ ਨੇ ਅੱਗੋਂ ਹੱਸ ਦੇਣਾ, ਉਹਨੂੰ ਸ਼ਰਾਬੀਆਂ ਵੱਲੋਂ ਕੀਤੀਆਂ ਸਾਰੀਆਂ ਹਰਕਤਾਂ ਭੁੱਲ ਜਾਣੀਆਂ। ਪਰ ਵਕਤ ਨੂੰ ਸ਼ਾਇਦ ਇਹ ਵੀ ਮਨਜ਼ੂਰ ਨਹੀਂ ਸੀ। ਇੱਕ ਕਲੰਕ ਨਸੀਰਾ ਮੱਥੇ ਸ਼ਾਇਦ ਮਨਜ਼ੂਰ ਨਹੀਂ ਸੀ ਵਿਓ ਮਾਤਾ ਨੂੰ। ਹਲੇ ਤਾਂ ਉਹਨੇ ਮਾਸੂਮ ਜਿੰਦ ਨਾਲ ਖੇਡਣਾ ਸਿਰਫ ਸ਼ੁਰੂ ਕੀਤਾ ਸੀ। ਹਲੇ ਤਾਂ ਖਾਲੀ ਕੁਝ ਕੱਚੇ ਟੈਸਟ ਲਏ ਸੀ। ਵੱਡੇ ਇਮਤਿਹਾਨ ਤਾਂ ਹਲੇ ਬਾਕੀ ਸੀ। ਵਰਲਡ ਵਾਰ 2 ਮੁੱਕਣ ਤੋਂ ਬਾਅਦ ਅੰਗਰੇਜ਼ ਇਸ ਕਦਰ ਡਰ ਗਏ ਸੀ ਕਿ ਕਿਤੇ ਬਾਕੀ ਦੇਸ਼ਾਂ ਦੇ ਕਬਜ਼ੇ ਦੇ ਚੱਕਰ ਵਿੱਚ ਇੰਗਲੈਂਡ ਹੀ ਨਾ ਹੱਥੋਂ ਗਵਾ ਬਈਏ। ਉਹਨਾਂ ਭਾਰਤ ਛੱਡਣ ਦਾ ਫੈਸਲਾ ਕਰ ਲਿਆ। ਪਰ ਏਸ਼ੀਆ ਵਿੱਚ ਸਭ ਤੋਂ ਵੱਡੀਆਂ ਦੋਵਾਂ ਬੰਦਰਗਾਹਾਂ ਮੁੰਬਈ ਤੇ ਕਰਾਚੀ ਵਾਲਾ ਦੇਸ਼ ਭਾਰਤ ਪੂਰੀ ਦੁਨੀਆ ਤੋਂ ਕੰਟਰੋਲ ਕਰ ਸਕਦਾ ਸੀ, ਕਿਉਂਕਿ ਸੋਵੀਅਤ ਯੂਨੀਅਨ ਦਾ ਪੂਰਾ ਸਾਥ ਵੀ ਭਾਰਤ ਨੂੰ ਮਿਲਿਆ ਹੋਇਆ ਸੀ। ਅਮਰੀਕਾ 1945 ਵਿੱਚ ਇਹ ਫੈਸਲਾ ਕਰ ਚੁੱਕਾ ਸੀ, ਜੇ ਚਾਹੁੰਦੇ ਹੋ ਦੁਨੀਆ ਤੇ ਡਾਲਰ ਵਾਲੇ ਦੇਸ਼ ਤਾਂ ਰਾਜ ਕਰਨ ਤਾਂ ਭਾਰਤ ਦੀਆਂ ਬੰਦਰਗਾਹਾਂ ਵੰਡ ਦਿਓ, ਨਹੀਂ ਵਪਾਰ ਦੇ ਮਾਮਲੇ ਵਿੱਚ ਦੁਨੀਆ ਨੂੰ ਏਸ਼ੀਆ ਲੀਡ ਕਰੂਗਾ। ਵੰਡ ਵੀ ਏਦਾਂ ਕਰੋ ਕਿ ਇੱਕ ਬੰਦਰਗਾਹ ਵਾਲਾ ਦੇਸ਼ ਅਮਰੀਕਾ ਦੀ ਦੋਸਤੀ ਹੇਠ ਜੀਵੇ, ਸੋਵੀਅਤ ਸੰਘ ਦਾ ਦੁਸ਼ਮਣ ਬਣ ਕੇ। ਪਹਿਲਾਂ ਤੋਂ ਵੱਖਰੇ ਦੇਸ਼ ਦੀ ਚੱਲਦੀ ਮੰਗ ਨੂੰ ਹੋਰ ਹਵਾ ਦੇ ਦਿੱਤੀ ਗਈ। ਕਲਕੱਤੇ ਤੋਂ ਸ਼ੁਰੂ ਹੋਈ ਵੱਢ ਟੁੱਕ ਦੀ ਅੱਗ ਯੂਪੀ ਹੁੰਦੀ ਹੋਈ ਪੰਜਾਬ ਦੇ ਪਿੰਡਾਂ ਵਿੱਚ ਆ ਪਹੁੰਚੀ। ਹਿੰਦੂ ਸਿੱਖ ਮੁਸਲਮਾਨਾਂ ਤੇ ਮੁਸਲਮਾਨ ਹਿੰਦੂ ਸਿੱਖਾਂ ਦੇ ਵੈਰੀ ਬਣ ਗਏ। ਇੱਕ ਦੂਜੇ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਟੋਲੀਆਂ ਇਕੱਠੀਆਂ ਹੋ ਕੇ ਰਾਤ ਨੂੰ ਇੱਕ ਦੂਜੇ ਦਾ ਘਰ ਘੇਰ ਲੈਂਦੀਆਂ, ਮਰਦਾਂ ਨੂੰ ਮਾਰ ਕੇ ਔਰਤਾਂ ਦੀਆਂ ਇੱਜ਼ਤਾਂ ਲੁੱਟ ਲੈਂਦੀਆਂ। ਜਿਨ੍ਹਾਂ ਦੇ ਵਿਆਹ ਨਹੀਂ ਸਨ ਹੁੰਦੇ ਵਸਾ ਲਿਆ, ਉਹਨਾਂ ਧੱਕੇ ਨਾਲ ਚੁੱਕ ਕੇ ਉਹਨਾਂ ਮਾਸੂਮਾਂ ਨੂੰ ਘਰ। ਪਰ ਹਲੇ ਤੱਕ ਅਰਜਨ ਸਿੰਘ ਦੇ ਪਿੰਡ ਸੁੱਖ ਸਾਂਸੀ ਕੋਈ ਵੀ ਐਸੀ ਮਾੜੀ ਘਟਨਾ ਨਹੀਂ ਸੀ ਵਾਪਰੀ। ਸਵੇਰ ਦਾ ਕੋਈ 3:30 ਵਜੇ ਦਾ ਵਕਤ ਸੀ। ਫਾਤਮਾ ਉੱਠੀ ਤੇ ਦੋਵੇਂ ਹੱਥਾਂ ਦੀਆਂ ਤਲੀਆਂ ਹੱਥ ਜੋੜ ਕੇ ਅੱਲਾ ਦਾ ਸ਼ੁਕਰਾਨਾ ਕੀਤਾ। ਨਸੀਰਾ ਹਲੇ ਮੰਜੇ ਤੇ ਸੁੱਤੀ ਪਈ ਸੀ, ਪਰ ਉਦੋਂ ਮਸਾਂ ਸਾਲ ਕੁ ਦੀ ਹੀ ਸੀ। ਫਾਤਮਾ ਨੇ ਉਹਦਾ ਮੱਥਾ ਚੁੰਮਿਆ। ਉਹ ਮੁੱਠੀਆਂ ਮੀਚ ਕੇ ਸੁੱਤੀ ਹੋਈ ਸੀ, ਜਿਵੇਂ ਕਹਿ ਰਹੀ ਹੋਵੇ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ। ਫਾਤਮਾ ਨੇ ਮੱਖੀਆਂ ਬੈਠਣ ਤੋਂ ਉਹਦੇ ਉੱਪਰ ਚੁੰਨੀ ਦੇ ਦਿੱਤੀ। ਫਾਤਮਾ ਨੇ ਵਿਹੜੇ ਵਿੱਚੋਂ 1 ਲੀਟਰ ਚੁੱਕਿਆ, ਬਾਹਰ ਖੇਤਾਂ ਵੱਲ ਤੁਰ ਪਈ। ਬਾਹਰ ਵਾਰ ਬਣੇ ਪਿੰਡ ਦੇ ਟੋਭੇ ਤੋਂ ਉਹਨੇ ਲੀਟਰ ਪਾਣੀ ਦਾ ਭਰਿਆ ਤੇ ਰੋਈਆਂ ਵੱਲ ਤੁਰ ਪਈ, ਸਵੇਰ ਦੀ ਕਿਰਿਆ ਸੋਧਣ ਵਾਸਤੇ। ਹਲੇ ਉਹ ਥੋੜੀ ਦੂਰ ਹੀ ਗਈ ਸੀ ਕਿ 2 ਮਜ਼ਬੂਤ ਬਾਹਾਂ ਨੇ ਉਹਨੂੰ ਜਕੜ ਲਿਆ। ਇੱਕ ਹੱਥ ਨਾਲ ਉਹਦਾ ਮੂੰਹ ਘੁੱਟ ਲਿਆ ਤੇ ਇੱਕ ਹੱਥ ਉੱਤੋਂ ਦੀ ਲੱਕ ਵੱਲ ਲਿਆ।
ਇੰਨੇ ਨੂੰ ਹਨੇਰੇ ਵਿੱਚੋਂ ਦੋ ਪਰਛਾਵੇਂ ਪਹਾੜੀ ਕਿਕਰਾਂ ਉਹਲਿਓ ਨਿਕਲ ਆਏ, ਜੋ ਫਾਤਮਾ ਨੂੰ ਇੱਕ ਇੱਕ ਲੱਤੋਂ ਫੜ ਚੱਕ ਟਿੱਬਿਆਂ ਦੇ ਖੜੇ ਸਰਬੁੱਝਿਆਂ ਦੀ ਚੀੜੀ ਵਿੱਚ ਲੈ ਗਏ। ਮੂੰਹ ਹਨੇਰਾ ਸੀ, ਅਸਮਾਨ ਤੇ ਤਾਰੇ ਹਲੇ ਉਸੇ ਤਰ੍ਹਾਂ ਖੜੇ ਸਨ। ਫਾਤਮਾ ਦੇ ਪੈਰੀ ਪਾਈ ਜੁੱਤੀ ਵੀ ਉੱਥੇ ਹੀ ਡਿੱਗ ਪਈ ਸੀ। ਫਾਤਮਾ ਨੇ ਹੱਥ ਜੋੜੇ, ਅੱਲਾ ਦਾ ਵਾਸਤਾ ਮੈਨੂੰ ਛੱਡ ਦਿਓ, ਘਰ ਮੇਰੀ ਮਾਸੂਮ ਧੀ ਉਡੀਕਦੀ ਹੈ। ਮੈਂ ਤਾਂ ਉਹਨੂੰ ਦੁੱਧ ਵੀ ਨਹੀਂ ਚੁੰਗਾ ਕੇ ਆਈ। ਉਹਨਾਂ ਵਿੱਚੋਂ ਇੱਕ ਬੋਲਿਆ, ਭਾਈ ਕਰਵਾ ਦੇਵਾਂ ਇਹਦਾ ਅੱਲਾ ਅੱਲਾ, ਇਹਨੇ ਸਾਡੀਆਂ ਧੀਆਂ ਭੈਣਾਂ ਨਾਲ ਕੀ ਕੁਝ ਕੀਤਾ। ਮੇਰੇ ਅੰਦਰ ਭਾਂਬੜ ਮਚਦੇ ਪਏ ਆ। ਕਹਿੰਦੇ ਆ ਸਾਲਿਆਂ ਨੇ ਲਾਸ਼ਾਂ ਨਾਲ ਭਰ ਕੇ ਰੇਲ ਗੱਡੀ ਭੇਜੀ ਹੈ, ਬੰਗਲੇ ਵਾਲੇ ਪਾਸਿਓਂ ਆਈ ਹੈ ਕਹਿੰਦੇ। ਦੂਜਾ ਹੱਸਦਾ ਹੋਇਆ ਬੋਲਿਆ, ਖੜ ਜਾ ਕਾਲਿਆ, ਆ ਵਿਚਾਰੀ ਦੀ ਦੁੱਧ ਪਿਆਉਣ ਵਾਲੀ ਇੱਛਾ ਤਾਂ ਪੂਰੀ ਕਰ ਦੇ। ਹੁਣ ਧੀ ਤਾਂ ਘਰੇ ਆ ਇਹਦੀ, ਇਹ ਦੁੱਧ ਪੀਣ ਵਾਲਾ ਨੇਕ ਕੰਮ ਤਾਂ ਹੁਣ ਆਪਣੇ ਵਿੱਚੋਂ ਹੀ ਕਿਸੇ ਨੂੰ ਕਰਨਾ ਪੈਣਾ। ਪਲਾਂ ਵਿੱਚ ਹੀ ਫਾਤਮਾ ਦਾ ਕਮੀਜ਼ ਤਨ ਤੋਂ ਅਲੱਗ ਕਰ ਦਿੱਤਾ ਗਿਆ, ਖਿੱਚ ਕੇ ਉਹਦੀ ਸਲਵਾਰ ਦਾ ਨਾਲਾ ਤੋੜ ਦਿੱਤਾ ਗਿਆ। ਪਲਾਂ ਵਿੱਚ ਹੀ ਇੱਕ ਮਾਸੂਮ ਧੀ ਦੀ ਮਾਂ ਨੂੰ ਮਿੱਟੀ ਵਿੱਚ ਮਧੋਲ ਦਿੱਤਾ ਗਿਆ। ਜਿਵੇਂ ਕੋਈ ਮਾਲੀ ਕਿਸੇ ਕੰਡਾ ਵੱਜਣ ਤੇ ਟਾਹਣੀ ਨਾਲ ਗੁੱਸੇ ਹੋ ਕੇ ਉਸ ਟਾਹਣੀ ਤੇ ਲੱਗਿਆ ਫੁੱਲ ਤੋੜ ਕੇ ਪੈਰਾਂ ਹੇਠ ਮਸਲ ਦਿੰਦਾ ਏ। ਜਿਵੇਂ ਕੋਈ ਸ਼ਿਕਾਰੀ ਆਪਣੇ ਬੱਚਿਆਂ ਦੇ ਖਾਣੇ ਦੀ ਭਾਲ ਵਿੱਚ ਨਿਕਲੀ ਕਿਸੇ ਹਿਰਨੀ ਦਾ ਢਿੱਡ ਚੀਰ ਸੁੱਟਦਾ ਏ। ਬਿਨਾਂ ਇਹ ਸੋਚੇ ਇਹਦੇ ਬੱਚੇ ਇਹਨੂੰ ਉਡੀਕਦੇ ਹੋਣਗੇ। ਉਹਨਾਂ ਫਾਤਮਾ ਦੇ ਦੰਦੀਆਂ ਵੱਢ-ਵੱਢ ਆਪਣੀ ਹਰ ਰੀਝ ਪੂਰੀ ਕਰ ਲਈ ਸੀ। ਫਿਰ ਉਹ ਜਾਣ ਲਈ ਤਿਆਰ ਹੋ ਗਏ। ਫਾਤਮਾ ਦੇ ਬੁੱਲ੍ਹਾਂ ਵਿੱਚੋਂ ਖੂਨ ਵਗ ਰਿਹਾ ਸੀ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ।